समझ विच नहीं आउंदी। क्यों नहीं आउंदी? क्योंकि असीं हजे सच्ची संगत विच नहीं जुड़े। जिस दिन आपां सच्ची संगत विच जुड़ जावांगे उस दिन सानूं किसी दे नाल भेदभाव करन दा, वखरेवा करन दा साडे अंदर जिहड़ा बलबल है वो फुट जाएगा, वो दूर हो जाएगा। अज्ञानता का हनेरा दूर हो जाएगा, सच का की हो जाएगा? चानण। ते चानण किहदे कोल है? ते जे आपां गुरबाणी नूं पढ़ीए, गुरबाणी विच लिखिआ गुरबाणी इस जग में चानण। जे आत्मक चानण, आत्मक ज्ञान प्राप्त करना है तो गुरु ग्रंथ साहिब जी के कोलों करिए। आओ हुण भाई साहब जी तो मुख भाग की कथा विचार श्रवण करिए। इन्नी कहानी प्रवान करियो। वाहिगुरू जी का खालसा, वाहिगुरू जी की फतेह। वाहिगुरू। साहिब जी रैन गवाई सोए कै, दिवस गवाया खाए, हीरे जैसा जन्म है कौड़ी बदले जाए। हीरे जैसा जन्म है कौड़ी बदले जाए। हर गुण पढ़िए, हर गुण गुणिए, हर हर नाम कथा नित सुनिए। हर हर नाम कथा नित सुनिए। सन्मानयोग गुरु प्यारी संगत जी, गुरु साहिब जी ने साडे ते तरस ही कीता है। ऐसे सर्दी वाले मौसम दे विच मेहर होई है उस अकाल दी। असीं आलस छड्ड के, नींद दा त्याग करके गुरु जी दे सोहणे चरणों विच सजे हाँ। ਅੰਮ੍ਰਿਤ ਵੇਲੇ ਤੋਂ ਆਪ ਜੀ ਨੇ ਬਾਣੀਆਂ ਦੇ ਜਾਪ, ਸ਼ਬਦ ਕੀਰਤਨ ਗੁਰੂ ਕੇ ਸਿੱਖਾਂ ਪਾਸੋਂ ਸਰਵਣ ਕੀਤਾ ਹੈ। ਸੋ ਹੁਣ ਆਪਾਂ ਕੁਝ ਸਮੇਂ ਲਈ ਵਿਚਾਰ ਕਰਨੀ ਹੈ ਸ਼ਬਦ ਦੀ। ਪੂਰੀ ਇਕਾਗਰਤਾ ਦੇ ਨਾਲ ਸੁਣਨਾ ਜੀ ਪਿਆਰਿਓ। ਸਾਰੇ ਸਰੀਰ ਨੂੰ ਕੰਨ ਬਣਾ ਕੇ ਸੁਣਨਾ ਪਿਆਰਿਓ, ਤਾਂ ਗੁਰੂ ਸਾਹਿਬ ਕੀ ਕਹਿੰਦੇ ਨੇ ਉਹਦੇ ਵਿੱਚੋਂ ਕਿਣਕਾ ਮਾਤਰ ਸਮਝ ਆਵੇਗਾ। ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਸਾਰੀ ਸੰਗਤ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸੰਗਤ ਜੀ ਜੋ ਬਚਨ ਹੈ, ਹੁਕਮਨਾਮੇ ਸ੍ਰੀ ਮੁਖ ਵਾਕ ਜੀ ਦੇ ਰੂਪ ਦੇ ਵਿੱਚ ਉਹ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ। ਸੂਹੀ ਰਾਗ ਦੇ ਵਿੱਚ 753 ਅੰਗ ਤੋਂ ਆਰੰਭ ਹੋ ਕੇ 754 ਅੰਗ ਤੇ ਇਹ ਸੰਪੂਰਨ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਇੱਕ ਤਾਂ ਹਉਮੈ ਦਾ ਜ਼ਿਕਰ ਕੀਤਾ ਹੈ। ਇੱਕ ਹਉਮੈ ਆਪਣੀ ਜਿਹੜੀ ਮੈਂ ਹੰਗਤਾ ਹੁੰਦੀ ਆ ਉਹਦਾ ਜ਼ਿਕਰ ਆ। ਇੱਕ ਇਹ ਆ ਕਿ ਐਸੀ ਚੀਜ਼ ਜਿਹੜੀ ਮਿਲੀ ਹੁੰਦੀ ਆ, ਰਤਨ ਜਿਹੜੀ ਹੀਰੇ ਤੋਂ ਘੱਟ ਨਹੀਂ ਹੁੰਦੀ, ਉਹਨੂੰ ਕੌਡੀਆਂ ਬਦਲੇ ਅਸੀਂ ਗਵਾ ਦਿੰਦੇ ਹਾਂ। ਕੁਝ ਉਹਦਾ ਜ਼ਿਕਰ ਹੈ, ਵਾਹਿਗੁਰੂ ਦੇ ਨਾਮ ਦਾ ਜ਼ਿਕਰ ਹੈ, ਤੇ ਸੱਚੇ ਤੀਰਥ ਦਾ ਵੀ ਜ਼ਿਕਰ ਆ ਵੀ ਸੱਚਾ ਤੀਰਥ ਕਿਹੜਾ। ਸੋ ਆਓ ਆਪਾਂ ਪੂਰੀ ਵਿਸਥਾਰ ਦੇ ਨਾਲ ਵਿਚਾਰ ਕਰੀਏ ਜੀ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ।
ਸੋਹੀ ਰਾਗ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਪਹਿਲੇ ਘਰ ਵਿੱਚ ਗਾਉਣ ਲਈ ਕਿਹਾ ਹੈ। 8 ਪਦਿਆਂ ਵਾਲਾ ਸ਼ਬਦ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਨੀਆ ਨੂੰ ਬਣਾਉਣ ਵਾਲਾ, ਪਾਲਣ ਵਾਲਾ, ਢਾਉਣ ਵਾਲਾ ਵੀ ਇੱਕ ਹੀ ਆ। ਓੰਕਾਰ ਉਹਦਾ ਬੋਲ ਆ। ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਉਹਨੂੰ ਪਾਇਆ ਜਾ ਸਕਦਾ ਹੈ। ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਪੈ। ਨਾਮ ਤੋਂ ਹੀ ਸੰਸਾਰ ਦੀ ਉਤਪਤੀ ਹੋਈ ਆ ਤੇ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਤੋਂ ਹੀ ਸੰਸਾਰ ਬਣਿਆ ਹੈ, ਧੁਨੀ ਤੋਂ ਹੀ ਸੰਸਾਰ ਬਣਿਆ ਹੈ ਤੇ ਉਸ ਧੁਨੀ ਦੀ ਸਮਝ ਸਤਿਗੁਰਾਂ ਬਿਨਾਂ ਨਹੀਂ ਪੈਂਦੀ। ਗੁਰ ਕਾ ਸ਼ਬਦ ਮਹਾਰਸ ਮੀਠਾ। ਗੁਰੂ ਦਾ ਸ਼ਬਦ ਕਹਿਣ ਨੂੰ ਤਾਂ ਕਹਿ ਦਾਂਗੇ ਮਿੱਠਾ ਹੈ, ਮਿੱਠਾ ਹੈ, ਬਹੁਤ ਮਿੱਠਾ ਹੈ, ਬੜਾ ਰਸੀਲਾ ਹੈ। ਬਿਨ ਚਾਖੇ ਸਾਧ ਨ ਜਾਪੈ। ਪਰ ਜਿੰਨਾ ਸਮਾਂ ਇਹ ਰਸ ਆਉਂਦਾ ਨਹੀਂ, ਉਤਨਾ ਸਮਾਂ ਉੱਪਰੋਂ ਕਹਿ ਦਾਂਗੇ, ਅੱਖਰੀ ਗਿਆਨ ਅੱਖਰਾਂ ਦੇ ਨਾਲ ਕਹਿ ਦਾਂਗੇ, ਪਰ ਅਨੁਭਵ ਦੇ ਵਿੱਚੋਂ ਨਹੀਂ ਕਹਾਂਗੇ। ਗੁਰੂ ਦਾ ਸ਼ਬਦ ਮਿੱਠਾ ਹੈ, ਪਰ ਬਿਨਾਂ ਚਖਿਆਂ ਇਹ ਕਿਵੇਂ ਪਤਾ ਲੱਗੇਗਾ। ਇਸ ਕਰਕੇ ਨਾ ਜਦੋਂ ਫਕੀਰ, ਅਵਤਾਰ, ਸੰਤ, ਸਾਧੂ, ਰੱਬ ਦੇ ਪਿਆਰੇ ਜਾਂ ਗੁਰਸਿੱਖ ਕਿਸੇ ਨੂੰ ਕਹਿੰਦੇ ਨੇ ਕਿ ਬਾਣੀ ਬੜੀ ਮਿੱਠੀ ਆ, ਉਹੀ ਜਾਣਦੇ ਨੇ ਵੀ ਉਹ ਮਿੱਠੀ ਆ। ਦੂਜਾ ਬੰਦਾ ਜਿਹੜਾ ਹੈ ਉਹਨੂੰ ਕਹਿ ਤਾਂ ਦੇਣਗੇ ਮਿੱਠੀ ਆ, ਪਰ ਕਹਿਣ ਦੇ ਨਾਲ ਉਹਨੂੰ ਨਹੀਂ ਨਾ ਪਤਾ ਲੱਗਣਾ ਵੀ ਮਿੱਠੀ ਆ। ਉਹਨੂੰ ਹੀ ਪਤਾ ਜਿਹਨੇ ਇਹਦਾ ਸਵਾਦ ਮਾਣਿਆ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ। ਕਬੀਰ ਸਾਹਿਬ ਨੇ ਇਹਨੂੰ ਉਦਾਹਰਨ ਦੇ ਕੇ ਸਮਝਾਇਆ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇੱਕ ਗੂੰਗਾ ਬੰਦਾ ਜਿਹੜਾ ਕੁਝ ਬੋਲ ਨਹੀਂ ਸਕਦਾ, ਉਹਨੂੰ ਮਠਿਆਈ ਖਵਾ ਦਿਓ, ਗੁੜ ਖਵਾ ਦਿਓ, ਉਹਨੂੰ ਪੁੱਛੋ ਜੀ ਸਵਾਦ ਕਿੱਦਾਂ ਦਾ, ਤੇ ਉਹ ਦੱਸ ਨਹੀਂ ਸਕਦਾ ਨਾ। ਤੇ ਇਸ ਕਰਕੇ ਗੁਰਸਿੱਖ ਨਾਮ ਦੇ ਰਸੀਏ ਉਹ ਕਹਿ ਦੇਣਗੇ ਬਾਣੀ ਮਿੱਠੀ ਆ, ਪਰ ਆਪਾਂ ਨੂੰ ਸਮਝ ਨਹੀਂ ਆਉਣਾ। ਇਹ ਤਾਂ ਉਦੋਂ ਆਊਗਾ ਵੀ ਇੰਨੀ ਮਿੱਠੀ ਆ ਜਦੋਂ ਆਪ ਅਸੀਂ ਜਪਾਂਗੇ। ਇਹ ਗੁਰੂ ਅਮਰਦਾਸ ਜੀ ਕਹਿੰਦੇ ਨੇ, ਗੁਰ ਕਾ ਸ਼ਬਦ ਮਹਾਰਸ ਮੀਠਾ। ਕੋਈ ਸਿੱਖ ਆ ਜਾਵੇ, ਭਗਤ ਫਰੀਦ ਜੀ ਸਾਡੇ ਸਾਹਮਣੇ ਆ ਕੇ ਖੜ ਜਾਣ, ਉਦਾਹਰਨ ਸਿਰਫ, ਬਿਲਕੁਲ ਪ੍ਰਤੱਖ ਰੂਪ 'ਚ, ਸ਼ਬਦ ਵੀ ਉਹਨਾਂ ਦਾ ਪ੍ਰਤੱਖ ਹੀ ਹੈ। ਕਹਿਣ ਜੀ ਸ਼ੱਕਰ ਬੜੀ ਮਿੱਠੀ ਆ, ਫਰੀਦਾ ਸ਼ੱਕਰ ਖੰਡ ਬੜੀ ਮਿੱਠੀ ਆ, ਗੁੜ ਬੜਾ ਮਿੱਠਾ, ਨਿਵਾਤ ਗੁੜ, ਮਾਖਿਓ ਮਾਝਾ ਦੁੱਧ। ਸ਼ਹਿਦ ਬੜਾ ਮਿੱਠਾ, ਮੱਝ ਦਾ ਦੁੱਧ ਬੜਾ ਮਿੱਠਾ। ਪਰ ਕਹਿੰਦੇ ਨਹੀਂ, ਇਹ ਮਿੱਠੀਆਂ ਚੀਜ਼ਾਂ ਤੋਂ ਵੀ ਇੱਕ ਮਿੱਠੀ ਚੀਜ਼ ਆ। ਸਭੇ ਵਸਤੂ ਮਿੱਠੀਆਂ, ਇਹ ਮਿੱਠੀਆਂ ਨੇ। ਇਦੋਂ ਵੀ ਇੱਕ ਮਿੱਠੀ ਚੀਜ਼ ਆ, ਰੱਬ ਨਾ ਪੁੱਜਣ ਤੁਧ, ਉਹਦੀ ਬੰਦਗੀ। ਅੱਲਾ 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 ਕਹਿੰਦੇ ਜਪੋ ਮਾਲਾ। ਮਾਂ ਨੂੰ ਕਹਿੰਦੇ ਸੀ, ਮਾਤਾ ਮਰੀਅਮ ਨੂੰ, ਮਾਂ ਇਹ ਉਦੋਂ ਵੀ ਮਿੱਠੀ ਆ। ਸ਼ੱਕਰ ਦੀ ਪੁੜੀ ਮਿੱਠੀ ਬਣਦਾ, ਬਾਣੀ ਉਦੋਂ ਵੀ ਮਿੱਠੀ ਆ। ਇਸ ਕਰਕੇ ਨਾ ਸੰਗਤ ਜੀ ਸਾਹਮਣੇ ਆ ਕੇ ਸਾਨੂੰ ਕਹਿ ਦੇਣ, ਅਸੀਂ ਕਹਾਂਗੇ ਨਹੀਂ ਸ਼ੱਕਰ ਮਿੱਠੀ ਆ, ਹਜੇ ਸਾਨੂੰ ਗੁੜ ਮਿੱਠਾ ਲੱਗਦਾ। ਬਾਣੀ ਤੋਂ ਉਹਦੇ ਕੰਪੇਅਰ ਜੇ ਬਾਣੀ ਸਭ ਤੋਂ ਮਿੱਠੀ ਆ। ਇਦੋਂ ਦੁਨੀਆ ਦੀ ਮਿਠਾਸ, ਸਾਰੀਆਂ ਚੀਜ਼ਾਂ ਫਿੱਕੀਆਂ ਫੋਕੀਆਂ ਨੇ, ਸਭ ਤੋਂ ਮਿੱਠੀ ਲਾਗੀ ਹਰ ਕੀ ਬਾਣੀ। ਇਹ ਜਿਹਨੂੰ ਮਿੱਠੀ ਲੱਗਦੀ ਆ, ਉਹਦਾ ਭਾਵ ਉਹਨੂੰ ਗੁਰੂ ਦੀ ਕਿਰਪਾ। ਤੇ ਇਹ ਇੱਕ ਸਾਖੀ ਆ ਬੜੀ ਪਿਆਰੀ, ਹੋਰ ਸਮਝ ਜਾਓਗੇ, ਪਿਆਰ ਪਵੇਗਾ ਨਾਲੇ ਗੁਰੂ ਦੇ ਨਾਲ। ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ। ਇੱਕ ਦਿਨ ਕੀਰਤਪੁਰ ਸਾਹਿਬ ਤੇ ਜਦੋਂ ਬਿਰਾਜ ਰਹੇ ਨੇ, ਸਮਾਂ ਹੋ ਗਿਆ ਜੀ ਉਹਨਾਂ ਦੇ ਸੌਣ ਦਾ। ਉਸ ਵਕਤ ਸਮਾਂ ਹੋ ਗਿਆ, ਵੇਲਾ ਹੋ ਗਿਆ, ਤੇ ਉਸ ਵਕਤ ਉਹਨਾਂ ਨੇ ਆਰਾਮ ਕਰਨਾ ਕੀਤਾ। ਦੂਰੋਂ ਨਾ, ਬਹੁਤ ਦੂਰੋਂ 2 ਸਿੱਖ ਆਏ ਚੱਲ ਕੇ ਕੀਰਤਪੁਰ ਸਾਹਿਬ। ਚਾਅ ਸੀ ਉਹਨਾਂ ਦੇ ਮਨ 'ਚ, 7ਵੇਂ ਗੁਰੂ ਜੀ ਦੇ ਦਰਸ਼ਨ ਕਰਨੇ ਨੇ, ਤੇ ਪਹੁੰਚ ਗਏ। ਚੌਕੀਦਾਰ ਪਹਿਰੇ ਤੇ ਖੜੇ ਨੇ, ਗੁਰੂ ਸਾਹਿਬ ਜੀ ਅੰਦਰ ਪਲੰਘ ਤੇ ਲੇਟੇ ਹੋਏ ਨੇ। ਇਹ ਸਿੱਖ ਨਾ ਰਸੀਲੇ ਬਹੁਤ ਸੀ। ਕੁਦਰਤੀ ਤੌਰ ਤੇ ਕਈਆਂ ਦੀ ਆਵਾਜ਼ ਵਿੱਚ ਬੜਾ ਰਸ ਹੁੰਦਾ। ਇਹ ਬੰਦਾ ਜੇ ਕਵੇ ਨਾ ਮੇਰਾ ਰਸ ਆ,
ਤੇ ਸਮਝ ਲਓ ਫਿਰ ਗੱਲ ਨਹੀਂ ਬਣਦੀ। ਇਹ ਸੂਰਜ ਤੋਂ ਰੋਸ਼ਨੀ ਆਈ ਆ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਤੇ ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਨਾਹ ਤੋਂ ਬਿਨਾ ਭਗਤੀ ਨਹੀਂ ਹੁੰਦੀ। ਗੁਣ ਜਿੰਨੇ ਹੁੰਦੇ ਨੇ ਉਹ ਰੱਬ ਦੇ ਦਿੱਤੇ ਹੁੰਦੇ ਨੇ ਹਰ ਬੰਦੇ ਨੂੰ। ਆਵਾਜ਼ ਵਿੱਚ ਜੇ ਕਿਸੇ ਦੇ ਰਸ ਆ, ਉਹ ਗੁਰੂ ਦੀ ਬਖਸ਼ਿਸ਼ ਆ, ਉਹਦੇ ਵਿੱਚ ਉਹਦਾ ਕੁਝ ਨਹੀਂ ਹੈਗਾ। ਉਹਨੂੰ ਕੁਝ ਸਮੇਂ ਲਈ ਮਿਲੀ ਆ ਕਿ ਤੂੰ ਇਹਦਾ ਸਹੀ ਸਦ ਵਰਤੋਂ ਕਰੀ ਇਹਦੀ ਇਹ ਰਸਨਾ ਦੀ। ਤਾਂ ਉਹ ਸਿੱਖ ਆ ਗਏ, ਰਾਹ ਵਿੱਚ ਵੀ ਉਹ ਸ਼ਬਦ ਗਾਉਂਦੇ ਆਉਣ ਜੀ। ਤੇ ਜਦੋਂ ਕੀਰਤਪੁਰ ਸਾਹਿਬ ਆ ਗਏ, ਕਹਿੰਦੇ ਗੁਰੂ ਸਾਹਿਬ ਜੀ ਨੂੰ ਮਿਲਣਾ ਹੈ। ਉਹ ਕਹਿੰਦੇ ਆਰਾਮ ਕਰ ਰਹੇ ਆ ਸਾਹਿਬ ਜੀ, ਅੰਦਰ ਆਰਾਮ ਕਰ ਰਹੇ ਨੇ। ਇਹ ਸਿੱਖ ਕਹਿਣ ਲੱਗੇ ਕਿ ਅਸੀਂ ਹੁਣ ਗਾਈਏ ਸ਼ਬਦ ਕਿ ਨਾ ਗਾਈਏ। ਜਿੱਦਾਂ ਆਪਾਂ ਸਲਾਹ ਕਰਦੇ ਹਾਂ, ਜਿੱਦਾਂ ਇੱਕ ਕਮਰਾ ਹੋਵੇ, ਕਮਰੇ ਦੇ ਬਾਹਰ ਖੜ ਕੇ ਕਹਿ ਰਹੇ ਨੇ ਗਾਈਏ ਕਿ ਨਾ ਗਾਈਏ। ਇੱਕ ਕਹਿੰਦਾ, ਇੱਕ ਸਿੱਖ ਦੂਜੇ ਨੂੰ ਕਹਿਣ ਲੱਗਾ ਨਾ ਰਹਿਣ ਦੇ ਗਾਉਣ ਨੂੰ, ਕਿਤੇ ਸਾਡੇ ਪਿਆਰੇ ਦੇ ਪਿਆਰੇ ਦੀ ਅੱਖ ਨਾ ਖੁੱਲ ਜੇ, ਕਿਤੇ ਉਹਨਾਂ ਦੀ ਨੀਂਦ ਨਾ ਟੁੱਟ ਜੇ। ਦੂਜਾ ਕਹਿੰਦਾ ਨਹੀਂ ਨਹੀਂ, ਗੁਰੂ ਸਾਹਿਬ ਨੂੰ ਜਿਹੜੇ ਸ਼ਬਦ ਨੇ ਆਪਾਂ ਗਾਉਂਦੇ ਹਾਂ, ਗੁਰੂ ਸਾਹਿਬ ਕੁਝ ਨਹੀਂ ਕਹਿਣਗੇ। ਤੈਨੂੰ ਲੱਗਦਾ ਕਿ ਉਹਨਾਂ ਦੀ ਨੀਂਦ ਖਰਾਬ ਹੋ ਜੂ। ਗੁਰੂ ਸਾਹਿਬ ਜੀ ਇਹਨੂੰ ਸਭ ਤੋਂ ਉੱਪਰ ਸਮਝਦੇ ਆ, ਬਾਣੀ ਨੂੰ ਆਪਾਂ ਗਾਉਂਦੇ ਹਾਂ। ਉਹਨੇ ਪਹਿਲੇ ਨੇ ਦੂਜੇ ਨੂੰ ਮਨਾ ਲਿਆ ਫਿਰ, ਤੇ ਉਹਨਾਂ ਦੋਨਾਂ ਨੇ ਰਲ ਕੇ ਗਾਇਆ। ਜਦੋਂ ਦੋ ਰਸੀਲੇ ਬੰਦੇ ਗਾਉਣ ਨਾ, ਸੰਗੀਤ ਦੀ ਇੰਨੀ ਜ਼ਿਆਦਾ ਬੰਦੇ ਤੇ ਪ੍ਰਭਾਵ ਆ, ਮਨ ਤੇ ਬਹੁਤ ਸਭ ਤੋਂ ਵੱਧ ਪ੍ਰਭਾਵ ਪੈਂਦਾ। ਜਦ ਹੀ ਹਲਚਲ ਹੋ ਜਾਂਦੀ ਸ਼ੁਰੂ। ਜੇ ਚੰਗੇ ਸੰਗੀਤ ਦਾ ਵੀ ਪ੍ਰਭਾਵ ਆ ਤੇ ਮਾੜੇ ਦਾ ਵੀ ਪ੍ਰਭਾਵ ਆ, ਦੋਨਾਂ ਦਾ ਹੀ ਪ੍ਰਭਾਵ ਆ। ਉਹਦਾ ਬੁਰਾ ਹੈ ਬੁਰੇ ਦਾ, ਚੰਗੇ ਦਾ ਚੰਗਾ। ਇਹਨਾਂ ਸ਼ਬਦ ਗਾਏ। ਬਾਹਰ ਮਹਾਰਾਜ ਦੇ ਜਿਹੜਾ ਕਮਰਾ ਸੀ ਬਣਿਆ ਹੋਇਆ, ਖੇਮਾ ਸੀ, ਤੇ ਸਤਿਗੁਰ ਦੇ ਕੰਨੀ ਪਏ, ਸੌਂ ਰਹੇ ਸੀ ਗੁਰੂ ਹਰਿਰਾਏ ਜੀ। ਜਦੋਂ ਕੰਨਾਂ 'ਚ ਆਵਾਜ਼ ਪਈ, ਜ਼ਿੰਦਗੀ ਦਾ ਪਹਿਲਾ ਦਿਨ ਸੀ ਜਿੱਦਣ ਗੁਰੂ ਹਰਿਰਾਏ ਜੀ ਕਾਲ ਨਾਲ ਉੱਠੇ ਆ ਨੀਂਦ 'ਚੋਂ। ਪਹਿਲੀ ਦਫਾ ਹੋਇਆ, ਸਿੱਖਾਂ ਨੇ ਪਹਿਲੀ ਵਾਰ ਦੇਖਿਆ ਗੁਰੂ ਹਰਿਰਾਏ ਜੀ ਮਹਾਰਾਜ ਬੜੀ ਤੇਜ਼ੀ ਨਾਲ ਉੱਠੇ। ਇਤਨੀ ਤੇਜ਼ੀ ਨਾਲ ਉੱਠੇ, ਬਾਣੀ ਕੰਨਾਂ 'ਚ ਜਦੋਂ ਪਈ ਤੇ ਉਹਨਾਂ ਦਾ ਜਿਹੜਾ ਗੋਡਾ ਸੀ ਉਹ ਪਲੰਗ ਦੇ ਪਾਵੇ ਵਿੱਚ ਵੱਜਾ ਤੇ ਚੋਟ ਲੱਗੀ ਉਹਨਾਂ ਨੂੰ। ਉਸ ਦਿਨ ਚੌਕੀਦਾਰ ਦੌੜੇ ਦੌੜੇ ਆਏ। ਚੌਕੀਦਾਰ ਕਹਿੰਦੇ ਨੇ ਪਹਿਰੇਦਾਰਾਂ ਨੂੰ। ਉਹ ਦੌੜੇ ਦੌੜੇ ਆਏ, ਕਹਿੰਦੇ ਮਹਾਰਾਜ ਜੀ ਕੀ ਹੋ ਗਿਆ ਆਪ ਜੀ ਨੂੰ, ਇਤਨੀ ਕਾਲ ਦੇ ਨਾਲ ਆਪ ਜੀ ਉੱਠੇ ਹੋ। ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ, ਤੁਹਾਡਾ ਤਾਂ ਜਾਗਣਾ ਵੀ ਸਹਿਜ ਆ, ਤੁਹਾਡਾ ਉੱਠਣਾ ਬੈਠਣਾ ਵੀ ਸਹਿਜ ਆ। 101 ਜਾਮਿਆਂ 101 ਕਲੀਆਂ ਵਾਲਾ ਜਾਮਾ ਗੁਰੂ ਹਰਿਰਾਏ ਜੀ ਪਾਉਂਦੇ ਹੁੰਦੇ ਸੀ, ਤੇ ਇਕੱਠਾ ਕਰਕੇ ਇਦਾਂ ਤੁਰਨਾ ਇਹਨਾਂ ਨੇ। ਜਿਸ ਦਿਨ ਦਾ ਇਹਨਾਂ ਦੇ ਜਾਮੇ ਨਾਲ ਟਕਰਾ ਕੇ ਕਲੀ ਫੁੱਲ ਇੱਕ ਟੁੱਟ ਕੇ ਜ਼ਮੀਨ ਤੇ ਡਿੱਗਾ ਸੀ, ਸੰਭਲ ਕੇ ਚੱਲਦੇ ਸੀ, ਇਤਨੇ ਕੋਮਲ ਸੀ। ਤੇ ਅੱਜ ਜਦੋਂ ਉੱਠੇ ਤੇ ਗੋਡੇ ਉੱਪਰ ਸੱਟ ਲੱਗੀ, ਸਿੱਖ ਦੌੜ ਕੇ ਆਏ ਤੇ ਉਹਨਾਂ ਮੁੱਠੀ ਚਾਪੀ ਕੀਤੀ ਆ। ਮਹਾਰਾਜ ਤਾਂ ਚੋਟ ਲੱਗ ਗਈ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਅੱਜ ਪਤਾ ਮੈਂ ਕਿਉਂ ਉੱਠਿਆ ਹਾਂ, ਇਤਨੀ ਕਾਲ ਦੇ ਵਿੱਚ ਕਿਉਂ ਉੱਠਿਆ। ਜੇ ਮੈਂ ਇਦਾਂ ਸੁੱਤਾ ਰਹਿੰਦਾ ਨਾ, ਪਿਆ ਰਹਿੰਦਾ, ਸਿੱਖ ਸ਼ਬਦ ਗਾ ਰਹੇ ਸੀ ਤੇ ਬਾਣੀ ਦੀ ਬੇਅਦਬੀ ਸੀ। ਇਹ ਬਾਣੀ ਦਾ ਸਤਿਕਾਰ ਨਹੀਂ ਸੀ ਰਹਿਣਾ। ਸਿੱਖ ਕੀਰਤਨ ਕਰ ਰਹੇ ਆ ਬਾਹਰ ਖੜੇ ਤੇ ਮੈਂ ਲੇਟਿਆ ਹੋਇਆ, ਇਸ ਕਰਕੇ ਬਾਣੀ ਦਾ ਅਪਮਾਨ ਸੀ। ਗੁਰੂ ਹਰਿਰਾਏ ਜੀ ਖੁਦ ਉੱਠੇ ਉਦੋਂ, ਪਹਿਲੀ ਵਾਰ ਇਤਿਹਾਸ ਵਿੱਚ ਲਿਖਿਆ। ਉਹਨਾਂ ਨੇ ਕਾਲ ਕੀਤੀ ਇਦਾਂ ਜਿੱਦਾਂ ਆਪਾਂ ਕਹਿੰਦੇ ਇੱਕਦਮ ਆਪਾਂ ਤੇਜ਼ੀ ਨਾਲ ਉੱਠੀਏ, ਇੱਕਦਮ ਉੱਠੇ ਨੇ, ਉੱਠ ਕੇ ਬਹਿ ਗਏ ਮਹਾਰਾਜ। ਇਹ ਕਿਹਦਾ ਗੁਰੂ ਕੀ ਆ ਭਾਈ? ਬਾਣੀ ਕੀ ਆ? ਕਹਿੰਦੇ ਗੁਰੂ ਹਰਿਰਾਏ ਮਹਾਰਾਜ ਨੇ ਉਦੋਂ ਦੱਸਿਆ। ਕਹਿੰਦੇ ਇਸ ਕਰਕੇ ਇਹਦਾ ਸਤਿਕਾਰ ਕਰਨਾ ਬਣਦਾ ਹੈ। ਪਰ ਜਦੋਂ ਆਪਾਂ ਬਾਣੀ ਨੂੰ ਵਿਸਾਰ ਦਿੰਦੇ ਆ, ਉਦੋਂ ਕੀ ਹੁੰਦਾ? ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੇ। ਉਦੋਂ ਸਾਡਾ ਜਨਮ ਆਪਾ ਚੀਨੇ ਤੋਂ ਬਿਨਾ, ਆਪ ਨੂੰ ਪਛਾਣੇ ਤੋਂ ਬਿਨਾ ਕੌਡੀਆਂ ਦੇ ਸਮਾਨ ਹੈ। ਗੁਰਮੁਖ ਹੋਵੇ ਤਾਂ ਏਕੋ ਜਾਣੈ, ਹਉਮੈ ਦੁਖ ਨਾ ਸੰਤਾਪੈ। ਗੁਰਮੁਖ ਜਿਹੜੇ ਹੁੰਦੇ ਨੇ ਉਹ ਇੱਕ ਦੇ ਨਾਲ ਹੀ ਪ੍ਰੀਤ ਪਾਉਂਦੇ ਨੇ, ਇੱਕੋ ਪਰਮਾਤਮਾ ਨੂੰ ਯਾਦ ਕਰਦੇ ਨੇ। ਹੁਣ ਗੁਰੂ ਅਮਰਦਾਸ ਜੀ ਦਾ ਜਿਹੜਾ ਬਚਨ ਹੈ, ਉਹਨਾਂ ਦੀ ਬਾਬਤ ਭੱਟ ਸਾਹਿਬਾਨ ਇੱਕ ਸ਼ਬਦ ਕਹਿੰਦੇ ਨੇ, ਬੜਾ ਸੋਹਣਾ ਹੈ ਉਹ। ਕਹਿੰਦੇ ਗੁਰੂ ਅਮਰਦਾਸ ਜੀ ਧੰਨ ਹੋ ਤੁਸੀਂ, ਧੰਨ ਹੋ ਜੀ।
ਪੁੱਛਣ ਵਾਲੇ ਪੁੱਛਦੇ ਨੇ, ਕਹਿੰਦੇ ਕਿਵੇਂ ਜੀ, ਧੰਨ ਕਿਵੇਂ ਹੋ ਜੀ, ਗੁਰੂ ਕਿਵੇਂ ਧੰਨ ਹੈ? ਕਹਿੰਦੇ ਦੱਸਦੇ ਹਾਂ ਤੁਹਾਨੂੰ, ਤੈ ਪੜਿਓ ਇੱਕ, ਮਨ ਧਰਿਓ ਇੱਕ। ਜੇ ਇੱਕ ਦੀ ਗੱਲ ਕਰੋ ਤਾਂ ਇੱਕ ਪਛਾਣਿਓ, ਨੈਣ ਬੈਣ ਦੋਏ ਇੱਕ, ਇੱਕ ਦੋ ਠਾਏ ਨਾ ਜਾਣਿਓ, ਸੁਪਨੇ ਇੱਕ ਪਰਤੱਖ ਇੱਕ, ਇੱਕ ਸਮੈ ਲੀਣੋ। ਗੁਰੂ ਅਮਰਦਾਸ ਜੀ ਧੰਨ ਤਾਂ ਨੇ, ਸਾਰੀ ਜ਼ਿੰਦਗੀ ਪੜ੍ਹਿਆ ਵੀ ਇੱਕ ਨੂੰ, ਭਾਵ ਕਿ ਪ੍ਰਮਾਤਮਾ ਦੇ ਸੰਬੰਧ ਵਿੱਚ ਹੀ ਪੜ੍ਹਿਆ, ਸੁਣਿਆ ਵੀ ਇੱਕ ਨੂੰ, ਸਾਰਿਆਂ ਵਿੱਚ ਦੇਖਿਆ ਵੀ ਇੱਕ ਨੂੰ। ਸਾਰਿਆਂ ਵਿੱਚ ਦੇਖਿਆ ਵੀ ਆਪਾਂ ਕਹਿੰਦੇ ਉਹ ਬੰਦਾ ਫਲਾਣਾ, ਉਹ ਬੰਦਾ ਫਲਾਣਾ, ਉਹ ਕਹਿੰਦੇ ਨਹੀਂ, ਸਾਰੇ ਇੱਕ ਦਾ ਹੀ ਰੂਪ ਨੇ। ਸਮੁੰਦਰ ਦੀਆਂ ਹੀ ਲਹਿਰਾਂ ਨੇ, ਸੂਰਜ ਦੀਆਂ ਹੀ ਕਿਰਨਾਂ ਨੇ, ਫੁੱਲਾਂ ਦੀ ਖੁਸ਼ਬੂ ਆ, ਆਪਾਂ ਇੱਕ ਹੀ ਆ। ਸਾਰੀ ਜ਼ਿੰਦਗੀ ਪੜ੍ਹਿਆ ਵੀ ਇੱਕ ਨੂੰ, ਸੁਣਿਆ ਵੀ ਇੱਕ ਨੂੰ, ਵਿਚਾਰਿਆ ਵੀ ਇੱਕ ਨੂੰ, ਸਮਝਿਆ ਵੀ ਇੱਕ ਨੂੰ, ਸਭ 'ਚ ਦੇਖਿਆ ਵੀ ਇੱਕ ਨੂੰ। ਕਮਾਲ ਦੀ ਗੱਲ ਤਾਂ ਇਹ ਆ, ਜਦੋਂ ਗੁਰੂ ਅਮਰਦਾਸ ਜੀ ਤੁਸੀਂ ਸੌਂਦੇ ਹੋ ਨਾ, ਜਦੋਂ ਨੀਂਦ ਆਉਂਦੀ ਆ ਤੁਹਾਨੂੰ, ਜਿਹੜੇ ਸੁਪਨੇ ਆਉਂਦੇ ਨੇ ਨਾ ਤੁਹਾਨੂੰ, ਸੁਪਨੇ ਇੱਕ, ਉਹ ਵੀ ਇੱਕ ਦੇ ਹੀ ਆਉਂਦੇ ਆ। ਸੁਪਨੇ ਜਿਹੜੇ ਨੇ ਨਾ, ਸੁਪਨੇ ਵੀ ਤੁਹਾਨੂੰ ਇੱਕ ਦੇ ਹੀ ਆਉਂਦੇ ਆ, ਇੱਕ ਪ੍ਰਮਾਤਮਾ ਦੇ ਹੀ ਆਉਂਦੇ ਆ। ਸੁਪਨਿਆਂ 'ਚ ਵੀ ਇੱਕ, ਪੜ੍ਹਨ 'ਚ ਵੀ ਇੱਕ, ਸੁਣਨ 'ਚ ਵੀ ਇੱਕ, ਦੇਖਣ 'ਚ ਵੀ ਇੱਕ, ਵਿਚਾਰਨ 'ਚ ਵੀ ਇੱਕ। ਇਹ ਇੰਨੀ ਮਤਲਬ ਕਹਿਣ ਦਾ ਭਾਵ ਇੰਨੀ ਇਕਾਗਰਤਾ ਇੱਕ ਨਾਲ, ਜਿਹੜਾ ਬੰਦਾ ਬਹੁਤੇ ਪਾਸੇ ਕਹਿੰਦੇ ਹੁੰਦੇ ਆ ਧਿਆਨ ਜਿਹਾ ਰੱਖਦਾ, ਇੱਧਰ ਉੱਧਰ ਆਪਾਂ ਦੇਖੀ ਚਲੀਏ ਸੰਗਤ ਵਿੱਚ ਤੇ ਫਿਰ ਧਿਆਨ ਨਹੀਂ ਨਾ ਲੱਗਣਾ। ਜੇ ਇੱਕ ਜਗ੍ਹਾ ਪੂਰੀ ਇਕਾਗਰਤਾ ਬਣਾ ਕੇ ਬੈਠਾਂਗੇ ਫੇਰ ਟੇਕ ਆਉਂਦੀ ਆ। ਪਹਿਲਾਂ ਤਾਂ ਸਰੀਰ ਨੂੰ ਟਿਕਾਉਣਾ ਹੁੰਦਾ ਬੈਠਣ ਲੱਗੇ, ਫੇਰ ਕਿਤੇ ਮਨ ਟਿਕੂਗਾ। ਜਿਹਦਾ ਸਰੀਰ ਹੀ ਨਹੀਂ ਟਿਕਦਾ ਉਹਦਾ ਮਨ ਕਿੱਥੇ ਟਿਕਣਾ। ਇਸ ਕਰਕੇ ਗੁਰੂ ਸਾਹਿਬ ਜੀ ਇਹ ਤਾਂ ਧੰਨ ਨੇ, ਜਦੋਂ ਆਪਾਂ ਇੱਕ ਦੇ ਨਾਲ ਜੁੜ ਜਾਂਦੇ ਆ ਉਦੋਂ ਮਨ ਨਾ ਟੁੱਟਿਆ ਹੋਇਆ ਇੱਦਾਂ ਵੱਧ ਸਮਝ ਜਾਓਗੇ। ਆਸਾ ਦੀ ਵਾਰ ਦਾ ਭਾਈ ਸਾਹਿਬ ਕੀਰਤਨ ਕਰ ਰਹੇ ਸੀ, ਉਹਦੇ ਵਿੱਚ ਇੱਕ ਪੰਕਤੀ ਆਉਂਦੀ ਆ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ। ਇੱਦਾਂ ਸਮਝੋ ਮਨ ਨਾ ਟੁੱਟਿਆ ਹੋਇਆ ਹੈ। ਇਹ ਉਦਾਹਰਨ ਆ ਬਸ ਸਮਝਾਉਣ ਲਈ ਨਾ, ਇਹਦੇ ਨਾਲ ਵੱਧ ਸਮਝ ਆਉਂਦੀ ਆ। ਇਹ ਤਾਂ ਗੁਰੂ ਸਾਹਿਬ ਜੀ ਨੇ ਵੀ ਦਿੱਤੀਆਂ। ਕਹਿੰਦੇ ਮੰਨ ਲਓ ਇੱਕ ਬੀਜ ਆ, ਬੀਜ ਦੇ ਟੋਟੇ ਕਰ ਦਿਓ, ਉਹਨੂੰ ਦਲ ਦਿਓ, ਉਹਦਾ ਕੀ ਬਣ ਜੂਗਾ? ਦਾਲ ਬਣ ਜੂਗੀ। ਉਹਦੀ ਦਾਲ ਨੂੰ ਦਲ ਦਿਓ, ਹੋਰ ਟੋਟੇ ਉਹਦੇ ਕਰੋ, ਹੋਰ ਟੁਕੜੇ ਟੁਕੜੇ ਕਰੋ ਤੇ ਉਹਨੂੰ ਬਣਾ ਦਿਓ ਦਲੀਆ। ਕਹਿੰਦੇ ਹੁਣ ਉਹਨੂੰ ਬੀਜੋ, ਖੇਤ ਵਿੱਚ ਲਿਜਾ ਕੇ ਦਲੀਏ ਨੂੰ ਬੀਜੋ, ਕੀ ਕੁਝ ਉੱਗੇਗਾ? ਨਹੀਂ ਉੱਗੇਗਾ। ਸਾਬਤਾ ਬੀਜ ਉੱਗਦਾ ਹੈ। ਬੀਜ ਨੂੰ ਟੋਟੇ ਟੋਟੇ ਕਰੋ, ਉਹਦਾ ਦਾਲ, ਹੋਰ ਟੋਟੇ ਕਰ ਦਿਓ ਦਲੀਆ, ਦਲੀਆ ਨਹੀਂ ਉੱਗਦਾ। ਇਹ ਤੁਸੀਂ ਆਖੋਗੇ ਉਹ ਕਹਿਣਾ ਕੀ ਚਾਹੁੰਦੇ ਨੇ? ਭਾਵ ਜਦੋਂ ਅਸੀਂ ਗੁਰੂ ਕੋਲੇ ਆਉਂਦੇ ਆ ਸਾਡਾ ਮਨ ਦਲੀਆ ਬਣਿਆ ਹੋਇਆ। ਜੇ ਦਲੀਏ ਦੇ ਵੀ ਟੋਟੇ ਹੁੰਦੇ ਹੋਣ ਨਾ ਤੇ ਉਹ ਮੈਂ ਕਹਾਂਗਾ ਵੀ ਉਹ ਬਣਿਆ ਹੋਇਆ ਹੈ। ਜੇ ਦਲੀਏ ਨੂੰ ਵੀ ਹੋਰ ਛੋਟਾ ਕਰ ਦਈਏ ਨਾ, ਇੰਨੇ ਟੁਕੜੇ ਆ ਬੰਦੇ ਦੇ ਮਨ ਦੇ, ਉਹ ਕਿੱਥੇ ਕਿੱਥੇ ਨੇ। ਅੱਧੇ ਕੁ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਪਿਆ ਬੰਦੇ ਦਾ ਮਨ, ਅੱਧਾ ਕੁ ਭੂਤ ਕਾਲਾਂ ਦੀਆਂ ਯਾਦਾਂ ਬੀਤੇ ਸਮੇਂ ਦੇ ਵਿੱਚ ਪਿਆ, ਅੱਧਾ ਕੁ ਪਰਿਵਾਰ 'ਚ, ਅੱਧਾ ਕੁ ਬੱਚਿਆਂ 'ਚ, ਅੱਧਾ ਕੁ ਪੈਸੇ 'ਚ। ਜੇ ਭਾਵ ਬੜੇ ਟੁਕੜੇ ਨੇ, ਤੁਸੀਂ ਸਮਝ ਲਓ ਇੰਨੇ ਹਿੱਸੇ ਹੋ ਗਏ ਮਨ ਦੇ। ਜਿਹੜੀ ਚੀਜ਼ ਟੁੱਟੀ ਹੋਈ ਆ ਇੰਨੀ ਦਲੀਆ ਬਣਿਆ ਪਿਆ ਜਿਹਦਾ। ਬਾਣੀ ਕੀ ਕਰਦੀ ਆ? ਆਪਾਂ ਗੁਰਦੁਆਰੇ ਕਿਉਂ ਆਉਂਦੇ ਆ? ਟੁੱਟਿਆ ਹੋਇਆ ਮਨ ਇੱਕ ਹੋ ਜੇ, ਬਸ ਆਹੀ ਸਾਧਨਾ ਹੈ। ਉਹ ਜਿਹੜਾ ਖਿਲਰਿਆ ਪਿਆ, ਖਿਲਾਰਾ ਪਿਆ ਨਾ, ਇਹ ਬਾਣੀ 'ਚ ਇਦਾਂ ਦੀ ਪੰਕਤੀ ਆਉਂਦੀ ਆ ਵੀ ਜਿਹੜਾ ਖਿਲਾਰਾ ਪਿਆ ਹੈ ਉਹਨੂੰ ਸਮੇਟਣਾ, ਉਹਨੂੰ ਇਕੱਠਾ ਕਰਨਾ ਉਹਨੇ। ਇੱਥੇ ਆਪਾਂ ਜਦੋਂ ਆਪਾਂ ਬਾਣੀ 'ਚ ਆ ਕੇ ਬਹਿੰਦੇ ਆ ਇੱਥੇ ਸੰਗਤ ਵਿੱਚ, ਉਹ ਦਲੀਆ ਇਕੱਠਾ ਹੋ ਰਿਹਾ ਹੁੰਦਾ, ਦਲੀਆ ਇਕੱਠਾ ਹੋਣ ਲੱਗ ਜਾਂਦਾ, ਉਦੋਂ ਸ਼ਾਂਤੀ ਆਉਂਦੀ ਹੈ ਸਾਨੂੰ। ਇਹ ਸ਼ਾਂਤੀ ਆਉਣ ਦਾ ਕਾਰਨ ਕੀ ਆ? ਗੁਰੂ ਸਾਹਿਬ ਉੱਤੇ ਝਾੜੂ ਫੇਰਨ ਲੱਗ ਜਾਂਦੇ ਆ ਜਦੋਂ ਹੀ ਆਪਾਂ ਬਹਿੰਦੇ ਆ। ਇੱਧਰੋਂ ਸੱਜਿਓਂ ਖੱਬਿਓਂ, ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੋਂ ਉਹਨੂੰ ਹੂੰਝ ਕੇ ਲਿਆਉਂਦੇ ਆ, ਉਹਨੂੰ ਇਕੱਠਾ ਕਰਦੇ ਆ। ਜਦੋਂ ਪੂਰਾ ਦਲੀਆ ਇੱਕ ਹੋ ਜਾਂਦਾ, ਬੀਜ ਬਣ ਜਾਂਦਾ ਤੇ ਉਹ ਮਰ ਜਾਂਦਾ ਹੈ। ਉਹ ਬੀਜ ਮਰੇਗਾ ਤੇ ਦਰਖਤ ਬਣੇਗਾ ਨਾ, ਦਲੀਏ ਦਾ ਥੋੜੀ ਦਰਖਤ ਬਣੂਗਾ। ਬੀਜ ਬੀਜਾਂਗੇ, ਬੀਜ ਮਰ ਜੂਗਾ, ਉਹਦੇ ਵਿੱਚੋਂ ਜੜ ਨਿਕਲੂਗੀ, ਉਹ ਫਲੀਭੂਤ ਹੋਊਗਾ। ਜਦੋਂ ਮਨ ਇੱਕ ਹੋ ਜਾਊਗਾ ਕਿ ਮਨ ਮਰ ਜੂਗਾ, ਉਹਦੇ ਵਿੱਚੋਂ ਨਿਮਰਤਾ ਆਊਗੀ। ਮਨ ਦਾ ਤਾਂ ਬਣਿਆ ਪਿਆ ਜੀ ਦਲੀਆ, ਇਹਦਾ ਤਾਂ ਕੋਈ ਹਾਲ ਨਹੀਂ ਸਾਡੇ ਮਨ ਦਾ।
ਗੁਰੂ ਸਾਹਿਬ ਜੀ ਉਹਨੂੰ ਇਕੱਠਾ ਕਰਦੇ ਨੇ। ਜਦੋਂ ਮਨ ਦਲੀਆ ਬਣ ਜਾਂਦਾ ਹੈ ਉਦੋਂ ਕੌਡੀ ਬਦਲੇ ਜਨਮ ਗਵਾਇਆ। ਉਦੋਂ ਕੌਡੀਆਂ ਦਾ ਜਨਮ ਆ, ਜਦੋਂ ਮਨ ਇੱਕ ਹੋ ਜਾਂਦਾ ਉਦੋਂ ਸਫਲ ਹੈ। ਇਸ ਕਰਕੇ ਗੁਰਦੁਆਰੇ ਆਉਣ ਦੇ ਅਰਥ ਇਹੀ ਆ, ਦਲੀਏ ਹੋਏ ਮਨ ਨੂੰ ਬੀਜ ਬਣਾਉਣਾ, ਟੁੱਟੇ ਹੋਏ ਮਨ ਨੂੰ ਜੋੜਨਾ। ਤੇ ਗੁਰੂ ਸਾਹਿਬ ਜੀ ਜੋੜਦੇ ਨੇ। ਬਲਹਾਰੀ ਗੁਰ ਆਪਣੇ ਵਿਟਹੁ ਜਿਨ ਸਾਚੇ ਸਿਉ ਲਿਵ ਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਹਾ ਸਮਾਈ। ਮੈਂ ਗੁਰੂ ਤੋਂ ਸਦਕੇ ਜਾਂਦਾ, ਵਾਰਿਆ ਵਾਰਿਆ ਜਾਨਾ, ਜਿਨ੍ਹਾਂ ਨੇ ਮੈਨੂੰ ਐਸੀ ਪ੍ਰੀਤ ਲਾਈ ਸ਼ਬਦ ਦੇ ਨਾਲ। ਮੈਨੂੰ ਹੁਣ ਬਾਣੀ ਮਿੱਠੀ ਲੱਗਦੀ ਆ, ਮੈਨੂੰ ਹੁਣ ਗੁਰਬਾਣੀ ਦਾ ਅਦਬ ਕਰਨਾ ਆ ਗਿਆ। ਮੈਨੂੰ ਪਤਾ ਲੱਗ ਗਿਆ ਗੁਰੂ ਦਾ ਕਹਿਣਾ ਮੰਨਣੀ ਗੁਰੂ ਦੀ ਸੇਵਾ, ਗੁਰੂ ਦਾ ਕਹਿਣਾ ਮੰਨਣਾ, ਗੁਰੂ ਦੀ ਬਾਣੀ ਪੜ੍ਹਨਾ, ਸੱਚੇ ਦਿਲੋਂ ਪਿਆਰ ਕਰਨਾ ਹੀ ਗੁਰੂ ਦੀ ਸੇਵਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਨੇ, ਸੱਚਾ ਤੀਰਥ ਜਿਤ ਸਤਸਰ ਨਾਵਣ, ਗੁਰਮੁਖ ਆਪ ਬੁਝਾਏ, 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਨ ਜਾਏ। ਕਹਿੰਦੇ ਨੇ ਬੰਦਾ ਬਹੁਤ ਤੀਰਥਾਂ ਤੇ ਜਾ ਕੇ ਆ ਜਾਵੇ, ਪਰ ਜੇ ਉਹਦੇ ਮਨ ਨੂੰ ਹੀ ਨਹੀਂ ਚੈਨ ਆਇਆ ਤਾਂ ਸਮਝ ਲਓ ਉਹ ਸਰੀਰ ਦਾ ਇਸ਼ਨਾਨ ਸੀ, ਮਨ ਦਾ ਨਹੀਂ ਸੀ। ਸੰਗਤ ਵਿੱਚ ਮਨ ਨੂੰ ਨਵਾਇਆ ਜਾਂਦਾ ਹੈ, ਮਨ ਦਾ ਮੂੰਹ ਹੱਥ ਟਿਕਾ ਕੇ ਮਲ ਮਲ ਕੇ ਧੋਤਾ ਜਾਂਦਾ ਹੈ, ਉਹਦੀ ਮੈਲ ਲਾਈ ਜਾਂਦੀ ਆ। ਗੁਣ ਗਾਵਤ ਤੇਰੀ ਉਤਰਸ ਮੈਲ। ਸੁਖਮਣੀ ਸਾਹਿਬ ਵਿੱਚ ਤੁਸੀਂ ਪੜ੍ਹਦੇ ਹੋ, ਸਾਰੇ ਹੀ ਸੰਗਤਾਂ ਪੜ੍ਹਨ ਵਾਲੀਆਂ, ਇਹ ਬਾਣੀ ਲਗਭਗ ਸਾਰੇ ਸਿੱਖ ਹੀ ਪੜ੍ਹਦੇ ਆ। ਪਰਮਾਤਮਾ ਦੇ ਗੁਣ ਗਾਉਂਦਿਆਂ ਮੈਲ ਉਤਰਦੀ ਆ। ਸਾਨੂੰ ਪਤਾ ਲੱਗਦਾ ਵੀ ਇਹ ਅਸੀਂ ਇੰਨੇ ਮੈਲੇ ਸੀ, ਇੰਨੇ ਮੈਲੇ ਸੀ। ਕਈ ਵਾਰੀ ਘਰ ਦੇ ਵਿੱਚ ਉੱਦਾਂ ਦਾ ਸੁਭਾਅ ਹੁੰਦਾ, ਕਈ ਘਰਾਂ ਵਿੱਚ ਉਹ ਮਤਲਬ ਉੱਦਾਂ ਹੀ ਰਹਿਣ ਗਿੱਝ ਜਾਂਦੇ ਆ। ਕੋਈ ਨਵਾਂ ਬੰਦਾ ਆ ਕੇ ਦੱਸਦਾ ਵੀ ਇੱਥੇ ਝਾੜੂ ਫੇਰਨ ਵਾਲਾ, ਇੱਥੇ ਇਹ ਬਦਬੂ ਆਉਂਦੀ ਹੈ ਕਮਰੇ 'ਚੋਂ, ਉਹ ਉੱਥੇ ਰਹਿਣ ਵਾਲੇ ਰਹੀ ਜਾਂਦੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਦੂਜਾ ਦੱਸਦਾ ਕਿ ਤੇਰੇ ਕਮਰੇ 'ਚੋਂ ਇੱਦਾਂ ਸਮੈਲ ਆ ਰਹੀ ਹੈ, ਆਪ ਨੂੰ ਨਹੀਂ ਬੰਦੇ ਨੂੰ ਪਤਾ ਲੱਗਦਾ। ਗੁਰੂ ਇੱਕ ਸ਼ੀਸ਼ਾ ਹੈ, ਗੁਰੂ ਦੱਸਦਾ ਤੁਸੀਂ ਇੰਨੇ ਮੈਲੇ ਹੋ। ਤੇ ਉਹ ਫਿਰ ਸਾਨੂੰ ਜਦੋਂ ਪਤਾ ਲੱਗਦਾ ਉਦੋਂ ਅਸੀਂ ਕਹਿੰਦੇ ਹਾਂ ਵੀ ਹਾਂ ਅਸੀਂ ਮੈਲੇ ਹਾਂ, ਸਵੀਕਾਰ ਕਰਦੇ ਹਾਂ, ਫਿਰ ਅਸੀਂ ਮੈਲ ਉਤਾਰਨ ਦਾ ਯਤਨ ਕਰਦੇ ਹਾਂ। ਬੜੀ ਪਿਆਰੀ ਸਾਖੀ, ਬੜੀ ਹੀ ਪਿਆਰੀ ਆ ਬਾਬੇ ਨਾਨਕ ਕੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਦਿਨ ਤੁਰੇ ਆ ਰਹੇ ਸੀ, ਹੱਥ ਵਿੱਚ ਇੱਕ ਲੋਟਾ ਫੜਿਆ, ਸਤਿਗੁਰਾਂ ਦੇ ਲੋਟਾ ਫੜਿਆ ਹੋਇਆ, ਬਾਟਾ ਫੜਿਆ ਹੋਇਆ ਇੱਕ। ਸਤਿਗੁਰੂ ਜੀ ਜਦੋਂ ਆਏ ਨਾ ਤੇ ਇੱਕ ਲਾਗੇ ਹੀ ਇੱਕ ਚਿੱਕੜ ਵੱਧ ਸੀ ਤੇ ਪਾਣੀ ਘੱਟ ਸੀ, ਛੱਪੜ ਦੀ ਤਰ੍ਹਾਂ ਸੀ। ਮਹਾਰਾਜ ਨੇ ਵਗਾ ਕੇ ਮਾਰਿਆ, ਏਦਾਂ ਸਤਿਗੁਰੂ ਜੀ ਨੇ ਉਹ ਲੋਟਾ ਵਗਾ ਕੇ ਮਾਰਿਆ ਤੇ ਉਹ ਜਾ ਕੇ ਚਿੱਕੜ ਦੇ ਐਨ ਵਿਚਾਲੇ ਡਿੱਗ ਪਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਪੁੱਤਰ ਸ਼੍ਰੀ ਚੰਦ ਲੋਟਾ ਹੀ ਕੱਢ ਦੋ ਜੀ। ਕਹਿੰਦੇ ਪਿਤਾ ਜੀ ਸੁੱਟਿਆ ਹੀ ਕਿਉਂ? ਦੇਖ ਲਿਆ ਸੁੱਟਦਿਆਂ ਨੂੰ। ਕਹਿੰਦੇ ਪਿਤਾ ਜੀ ਜੇ ਕੱਢਣਾ ਹੀ ਸੀ ਤੇ ਸੁੱਟਿਆ ਕਿਉਂ? ਸਾਖੀ ਹੈ, ਇਤਿਹਾਸ, ਜਨਮ ਸਾਖੀ 'ਚ ਲਿਖਿਆ। ਕਹਿੰਦੇ ਠੀਕ ਆ, ਨਹੀਂ ਕੱਢਦੇ। ਲਖਮੀ ਦਾਸ ਪੁੱਤਰ ਜੀ ਕੱਢ ਦੋ ਲੋਟਾ। ਕਹਿੰਦੇ ਵੱਡੇ ਭਰਾ ਬਿਲਕੁਲ ਠੀਕ ਕਹਿੰਦੇ ਆ। ਉਹ ਕਹਿੰਦੇ ਵੱਡੇ ਭਰਾ ਬਿਲਕੁਲ ਸਹੀ ਕਹਿੰਦੇ ਆ, ਜੇ ਕੱਢਣਾ ਹੀ ਸੀ ਤੇ ਸੁੱਟਿਆ ਕਿਉਂ? ਇਹ ਸਹੀ ਕਹਿੰਦੇ ਨੇ। ਫਿਰ ਤੀਜੀ ਵਾਰ ਕਹਿੰਦੇ ਭਾਈ ਲਹਿਣਾ ਜੀ, ਭਾਈ ਸਾਹਿਬ ਜੀ ਕੱਢ ਹੀ ਦਿਓ ਲੋਟਾ। ਕਹਿੰਦੇ ਜੀ ਹੁਣੇ ਕੱਢਦੇ ਆ। ਉਹ ਜਦੋਂ ਜਾਣ ਲੱਗੇ ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਨਾ, ਕਹਿੰਦੇ ਜੀ ਕੱਪੜੇ ਮੈਲੇ ਹੋ ਜਾਣੇ ਆ, ਦੇਖ ਲਓ ਤੁਹਾਡੇ ਚਿੱਕੜ ਆ। ਕਹਿੰਦੇ ਜੇ ਚਿੱਕੜ ਕਿਉਂ ਕਿਸੇ ਚੀਜ਼ ਨੂੰ ਕੱਢਣਾ ਹੋਵੇ ਤੇ ਚਿੱਕੜ 'ਚ ਜਾਣਾ ਹੀ ਪੈਂਦਾ। ਇਸ ਕਰਕੇ ਮੇਰੇ ਗੁਰੂ ਦਾ ਹੁਕਮ ਆ, ਮੈਂ ਜਾਵਾਂਗਾ। ਗਏ ਭਾਈ ਲਹਿਣਾ ਜੀ ਗਏ, ਚਿੱਕੜ ਦੇ ਵਿੱਚੋਂ ਲੋਟਾ ਕੱਢ ਕੇ ਲਿਆਂਦਾ, ਸਾਰੇ ਕੱਪੜੇ ਮੈਲੇ ਹੋ ਗਏ, ਲਿਬੜ ਗਏ ਜੀ ਕੱਪੜੇ ਉਹਨਾਂ ਦੇ। ਜਦੋਂ ਬਾਹਰ ਆਏ ਲਿਬੜਿਆਂ ਹੋਇਆਂ ਨੂੰ ਗੁਰੂ ਨਾਨਕ ਜੀ ਨੇ ਗਲ ਨਾਲ ਲਾ ਲਿਆ। ਕਹਿੰਦੇ ਜਿਹੜਾ ਲੋਟਾ ਅੱਜ ਤੁਸੀਂ ਕੱਢਿਆ ਨਾ ਚਿੱਕੜ 'ਚੋਂ, ਇਹ ਲੋਟਾ ਨਹੀਂ ਕੱਢਿਆ, ਇਹ ਸੰਸਾਰ ਨੂੰ ਚਿੱਕੜ 'ਚੋਂ ਕੱਢਿਆ। ਤੇ ਅੱਜ ਤੋਂ ਬਾਅਦ ਕਹਿੰਦੇ ਜਿਹੜਾ ਮੇਰਾ ਸਿਹਰਾ ਨਾ ਤੁਹਾਡੇ ਕਦਮਾਂ ਤੇ ਹੋਵੇਗਾ, ਤੁਸੀਂ ਮੇਰੇ ਸਿੰਘਾਸਨ ਤੇ ਬੈਠੋਗੇ। ਇਹ ਲੋਟਾ ਨਹੀਂ ਕੱਢਿਆ ਜੀ, ਇਹ ਤੁਸੀਂ ਸੰਸਾਰ ਨੂੰ ਚਿੱਕੜ 'ਚੋਂ ਕੱਢਿਆ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਦਾਂ ਹੁਕਮ ਮੰਨਣਾ ਹੀ ਅਸਲੀ ਸੇਵਾ। ਪੁੱਤਰਾਂ ਨਹੀਂ ਮੰਨਿਆ ਆਪਾਂ ਤਾਂ ਬਾਬਾ ਸ਼੍ਰੀ ਚੰਦ ਜੀ ਦਾ ਸਤਿਕਾਰ ਕਰਨਾ। ਇਹ ਨਾ ਕਹਿ ਦਿਓ
ਕਿ ਉਹ ਸ਼੍ਰੀ ਚੰਦ ਆ, ਉਹ ਲਖਮੀ ਚੰਦ ਆ, ਨਹੀਂ, ਉਹ ਗੁਰੂ ਦੇ ਪੁੱਤਰ ਨੇ ਜੀ। ਅਸੀਂ ਉਹਨਾਂ ਦਾ ਸਤਿਕਾਰ ਪੂਰਾ ਹੀ ਕਰਨਾ। ਪਰ ਗੱਲ ਇੱਥੇ ਕੰਪੇਅਰ ਇਹ ਆ ਵੀ ਉਹ ਕਹਿਣਾ ਨਹੀਂ ਮੰਨ ਰਹੇ ਹੈਗੇ। ਕਹਿਣਾ ਮੰਨਣਾ ਗੁਰੂ ਦੀ ਸੇਵਾ ਹੁੰਦੀ ਆ। ਉਂਝ ਗੁਰੂ ਨੂੰ ਜਿੰਨਾ ਮਰਜ਼ੀ ਕੁਛ ਤੁਸੀਂ ਦੇ ਦਿਓ, ਗੁਰੂ ਸਾਹਿਬ ਨੂੰ ਇਹਨਾਂ ਚੀਜ਼ਾਂ ਨਾਲ ਜ਼ਿਆਦਾ ਫਰਕ ਨਹੀਂ, ਨਾ ਖੁਸ਼ੀ ਆ ਤੇ ਨਾ ਕੋਈ ਗਮੀ ਆ। ਉਹ ਉਦੋਂ ਟੁੱਟੇ ਨੇ ਜਦੋਂ ਤੁਸੀਂ ਉਹਨਾਂ ਦੇ ਬਚਨਾਂ ਨੂੰ ਕਮਾਉਂਦੇ ਹੋ। ਅੱਗੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਨਾਮ ਧਿਆਏ ਤਾਂ ਸਤਿਗੁਰ ਭਾਏ, ਜੋ ਇੱਛੈ ਸੋ ਫਲ ਪਾਏ, ਨਾਨਕ ਤਿਸ ਕਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ। ਜਿਹੜੇ ਵਾਹਿਗੁਰੂ ਨੂੰ ਧਿਆਉਂਦੇ ਨੇ, ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਨ ਨੂੰ ਇਹ ਪਾਸੇ ਲਾਉਂਦੇ ਨੇ, ਉਹ ਫਲ ਪਾਉਂਦੇ ਨੇ। ਕਿਹੜਾ? ਉਹਨਾਂ ਦੀ ਵਿੱਚੋਂ ਆਪ ਗਵਾਏ। ਉਹਨਾਂ ਦੀ ਮੈਂ ਮੁੱਕ ਜਾਂਦੀ ਆ। ਜਿਸ ਦਿਨ ਮੈਂ ਮੁੱਕ ਗਈ ਨਾ, ਉਸ ਦਿਨ ਸਮਝ ਲਓ ਸਾਰੀਆਂ ਚੀਜ਼ਾਂ ਠੀਕ ਹੋ ਗਈਆਂ। ਜਿਸ ਦਿਨ ਮੈਂ ਨਾ ਮੁੱਕੀ, ਸਭ ਕੁਝ ਠੀਕ ਹੋ ਕੇ ਵੀ ਕੋਈ ਠੀਕ ਨਹੀਂ। ਬਹੁਤ ਬੰਦਿਆਂ ਦੇ ਮਕਾਨ ਬਣ ਗਏ, ਚੰਗੇ ਮਕਾਨ ਬਣ ਗਏ, ਉਹ ਕਹਿੰਦੇ ਜੀ ਸਭ ਠੀਕ ਆ, ਉਹ ਕਹਿੰਦੇ ਨਹੀਂ ਠੀਕ ਨਹੀਂ। ਉਹ ਕਹਿੰਦੇ ਮਤਲਬ ਲੜਕੀਆਂ ਵਿਆਹ ਲਈਏ, ਪੁੱਤਰਾਂ ਦੀ ਸ਼ਾਦੀ ਹੋ ਜੇ ਤੇ ਅੱਗੇ ਪੋਤੇ ਹੋ ਗਏ, ਦੋਹਤੀਆਂ ਹੋ ਗਈਆਂ, ਕਹਿੰਦੇ ਠੀਕ ਨਹੀਂ ਜੀ ਸਭ ਠੀਕ। ਪਤਾ ਕਿਉਂ ਨਹੀਂ? ਹਉਮੈ ਪਈ ਆ ਹਜੇ, ਉਹਦੀ ਧੌਣ ਮਰੋੜਨ ਵਾਲੀ ਆ, ਉਹਦੀ ਜਿਹੜੀ ਮੈਂ ਆ, ਜਿੰਨਾ ਸਮਾਂ ਉਹ ਨਹੀਂ ਨਾ ਮਰੋੜੀ ਜਾਂਦੀ ਤੇ ਕੁਝ ਠੀਕ ਹੋ ਕੇ ਠੀਕ ਨਹੀਂ ਹੋਣਾ। ਇਹ ਗੁਰੂ ਸਾਹਿਬ ਜੀ ਕਹਿੰਦੇ ਨੇ। ਇਸ ਕਰਕੇ ਗੁਰੂ ਮਹਾਰਾਜ ਰਹਿਮਤ ਕਰਨ ਸਾਡੇ ਤੇ ਭਾਈ ਗੁਰੂ ਅਮਰਦਾਸ ਜੀ। ਅਸੀਂ ਚੰਗੇ ਬਣੀਏ। ਨਿਮਰਤਾ ਸਾਰੇ ਗੁਣਾਂ ਦਾ ਤੱਤ ਹੈ, ਸਾਰੇ ਗੁਣਾਂ ਦਾ ਤੱਤ ਹੈ। ਗੋਰਿਆਂ ਨੇ ਇੱਕ ਨਾ ਕਿਤਾਬ ਲਿਖੀ ਆ ਬੜੀ, ਤੇ ਉਹਦੇ ਵਿੱਚ ਬੜਾ ਸੋਹਣਾ ਹੈ, ਤੇ ਉਹ ਕਹਿੰਦੇ ਨੇ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ। ਜਿਹੜੇ ਭਾਵ ਕਿ ਤੁਸੀਂ ਕਿਵੇਂ ਚੰਗੇ ਬਣ ਸਕਦੇ ਹੋ, ਕਿਵੇਂ ਫਤਿਹ ਪਾ ਸਕਦੇ ਹੋ, ਦੋਸਤਾਂ ਦੇ ਮਨਾਂ ਤੇ ਕਿਵੇਂ ਪ੍ਰਭਾਵਿਤ ਕਰ ਸਕਦੇ ਹੋ। ਉਹ ਕੁਦਰਤੀ ਤੌਰ ਤੇ ਉਹਦੇ ਵਿੱਚ ਨਾ ਨਿਮਰਤਾ ਹੀ ਲਿਖੀ ਆ। ਜੇ ਉਹ ਕਿਤਾਬ ਦਾ ਤੁਸੀਂ ਨਿਚੋੜ ਕੱਢੋਗੇ ਨਾ, ਡੇਲ ਕਾਰਨਗੀ ਦੀ ਕਿਤਾਬ ਆ ਉਹ, ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ, ਉਹਦਾ ਨਾਮ ਆ, ਬੜੀ ਸੋਹਣੀ ਆ। ਉਹਨੇ, ਉਹ ਬੰਦਾ ਇੰਨਾ ਦਿਮਾਗੀ ਆ, ਉਹਦੀਆਂ ਕਿਤਾਬਾਂ ਮਿਲੀਅਨ ਦੇ ਵਿੱਚ ਵਿਕਦੀਆਂ, ਆਮ ਲੋਕ ਪੜ੍ਹਦੇ ਨਹੀਂ ਕਿਤਾਬਾਂ। ਉਹਦੇ ਵਿੱਚ ਇੱਕ ਗੱਲ ਲਿਖੀ ਜਦੋਂ ਮੈਂ ਪੜ੍ਹੀ ਨਾ, ਤੇ ਉਹ ਸਾਰਾ ਹੀ ਉਹਨੇ ਨਿਮਰਤਾ ਲਿਖੀ ਪਈ ਆ। ਉਹਨੇ ਜਿਵੇਂ ਨਿਮਰਤਾ ਨੂੰ ਟੋਟੇ ਟੋਟੇ ਕਰਕੇ ਲਿਖਿਆ ਵੀ ਇਹ ਜਦੋਂ ਇੱਦਾਂ ਦਾ ਹਾਲਾਤ ਹੋਵੇ ਉਦੋਂ ਇੱਦਾਂ ਵਰਤੋ, ਉਦੋਂ ਇਵੇਂ ਹੋ ਜਾਓ। ਸਾਰੀ ਨਿਮਰਤਾ ਦੀ ਕਿਤਾਬ ਆ ਉਹ। ਬਾਬੇ ਨਾਨਕ ਨੇ ਬਹੁਤ ਪਹਿਲਾਂ ਕਹਿ ਦਿੱਤਾ, ਨਿਵੈ ਸੋ ਗੌਰਾ ਹੋਏ, ਨਿਵੈ ਸੋ ਗੌਰਾ ਹੋਏ। ਗੁਰੂ ਨਾਨਕ ਸਾਹਿਬ ਜੀ ਨੇ ਬੜਾ ਪਹਿਲਾਂ ਕਹਿਤਾ। ਇਹ ਗੋਰਿਆਂ ਦੀ ਖੋਜ ਆ। ਗੁਰੂ ਮਹਾਰਾਜ ਕਿਰਪਾ ਕਰਨ ਭਾਈ, ਰਹੀਏ ਨੀਵੇਂ, ਰਹੀਏ ਸਦਾ ਸੁਖਾਲੇ, ਰਹੀਏ ਨੀਵੇਂ, ਰਹੀਏ ਸਦਾ ਸੁਖਾਲੇ। ਰੁੱਖ ਹਨੇਰੀ ਡੇਗੀ ਜਾਵੇ, ਘਾਹ ਆਨੰਦ ਮਨਾਵੇ। ਰੁੱਖਾਂ ਨੂੰ ਹਨੇਰੀ ਸੁੱਟ ਦਿੰਦੀ ਆ, ਕਿਉਂਕਿ ਬਾਹਲੇ ਉੱਚੇ ਬੰਦੇ ਵੱਡੇ ਬਣਦੇ ਆ। ਘਾਹ ਨੂੰ ਨਹੀਂ ਕੁਝ ਕਰ ਪਾਉਂਦੀ ਹਨੇਰੀ, ਉਹ ਬੜਾ ਨੀਵਾਂ ਹੁੰਦਾ। ਰਹੀਏ ਨੀਵੇਂ, ਰਹੀਏ ਸਦਾ ਸੁਖਾਲੇ, ਰਹੀਏ ਨੀਵੇਂ, ਰਹੀਏ ਸਦਾ ਸੁਖਾਲੇ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਹੋਈ ਜੋ ਵਿਚਾਰ ਹੈ ਹਿਰਦਿਆਂ ਵਿੱਚ ਵਸ ਜਾਵੇ ਜੀ। ਗੁਰ ਸ਼ਬਦਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਉੱਚਾ ਚੁੱਕੀਏ, ਉੱਚੇ ਕਿਰਦਾਰ ਵਾਲੇ ਬਣੀਏ। ਆਓ ਰਲ ਕੇ ਉਹਦੇ ਨਾਮ ਦੀ ਮਾਲਾ ਫੇਰਨ ਦਾ ਇੱਕ ਯਤਨ ਕਰੀਏ।
ਦੇਹੋ ਸੱਜਣ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।